ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ। ਆਪ ਰਾਜਿਆਂ ਦੇ ਰਾਜਾ, ਪ੍ਰਭੂਆਂ ਦੇ ਪ੍ਰਭੂ, ਸਰਬ ਸ਼ਕਤੀਮਾਨ, ਸਰਬ ਵਿਆਪੀ, ਸਰਵਗਿਆ ਪਰਮੇਸ਼ਰ ਹੋ। ਤੁਸੀਂ ਸਾਨੂੰ ਕਦੇ ਛੱਡਦੇ ਨਹੀਂ, ਕਦੇ ਤਿਆਗਦੇ ਨਹੀਂ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦੇ ਹੋ। ਇਸ ਦੇ ਲਈ ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਪਰਮੇਸ਼ਰ, ਅੱਜ ਦੇ ਵਚਨ ਨੂੰ ਸਾਨੂੰ ਸਮਝਣ ਦੇ ਲਈ ਅਤੇ ਇਸ ਦੇ ਇਹ ਭੇਤਾਂ ਨੂੰ ਪਰਮੇਸ਼ਰ ਤਾਂ ਆਪ ਦੇ ਕੋਲੋਂ ਜਾਣਨ ਦੇ ਲਈ ਸਾਨੂੰ ਆਪਣੀ ਬੁੱਧ, ਆਪਣੀ ਸਮਝ, ਆਪਣਾ ਗਿਆਨ ਦੇ, ਜਿਸ ਦੇ ਨਾਲ ਅਸੀਂ ਤੇਰੀ ਸਵਰਗੀ ਇੱਛਾ ਦੇ ਵਿੱਚ ਦਿਨ ਪ੍ਰਤੀ ਦਿਨ ਅੱਗੇ ਵਧਦੇ ਜਾਈਏ ਔਰ ਤੇਰਾ ਹੀ ਨਾਮ ਉਚਾਰੀਏ। ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਸਾਡੀ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੋ ਕੇ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਜ਼ਬੂਰਾਂ ਦੀ ਪੋਥੀ ਉਸ ਦਾ 27 ਅਧਿਆਇ ਉਸ ਦੀ 8 ਆਇਤ ਦੇ ਵਿੱਚੋਂ ਮੈਂ ਲਿਆ ਹੈ। ਇੱਥੇ ਲਿਖਿਆ ਹੈ, ਮੇਰੇ ਦਰਸ਼ਨ ਦੀ ਖੋਜ ਕਰੋ ਤਾਂ ਮੇਰੇ ਮਨ ਨੇ ਤੈਨੂੰ ਆਖਿਆ, ਹੇ ਯਹੋਵਾ ਮੈਂ ਤੇਰੇ ਦਰਸ਼ਨ ਦੀ ਖੋਜ ਕਰਾਂਗਾ। ਦਾਊਦ ਬਾਦਸ਼ਾਹ ਦਾ ਇਹ ਲਿਖਿਆ ਹੋਇਆ ਭਜਨ ਹੈ ਔਰ ਇਸ ਭਜਨ ਦੇ ਵਿੱਚ ਇੱਕ ਗੱਲ ਬੜੀ ਸੁੰਦਰ ਹੈ ਜੋ ਮੈਂ ਇਸ ਜਗ੍ਹਾ ਦੇ ਵਿੱਚ ਪੜ੍ਹਦਾ ਹਾਂ। ਔਰ ਇਸ ਵਿੱਚ ਜੋ ਲੇਖਕ ਹੈ ਆਪਣੇ ਪੂਰੇ ਮਨ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਰਹਿਣ ਦੇ ਲਈ ਅਤੇ ਉਸ ਦੀ ਖੋਜ ਅਤੇ ਉਸ ਦੀ ਇੱਛਾ ਨੂੰ ਪੂਰਾ ਕਰਨ ਦੇ ਉੱਤੇ ਧਿਆਨ ਲਾ ਰਿਹਾ ਹੈ ਅਤੇ ਇਹ ਉਸ ਦੀ ਪ੍ਰਾਰਥਨਾ ਦਾ ਉੱਤਮ ਕੇਂਦਰ ਹੈ। ਪਰਮੇਸ਼ਰ ਸਾਨੂੰ ਸਾਰਿਆਂ ਨੂੰ ਇਸ ਮਕਸਦ ਦੇ ਲਈ ਬੁਲਾਉਂਦਾ ਹੈ, ਉਸ ਦੇ ਦਰਸ਼ਨ ਦੀ ਖੋਜ ਕਰਨਾ ਅਤੇ ਉਸ ਦੀ ਇੱਛਾ ਨੂੰ ਭਾਲਣਾ। ਪਰਮੇਸ਼ਰ ਨਾਲ ਗਹਿਰਾ ਵਿਅਕਤੀਗਤ ਸੰਬੰਧ ਰੱਖਣਾ ਹੈ। ਉਹ ਜਿਹੜੇ ਪਰਮੇਸ਼ਰ ਦੀ ਹਜ਼ੂਰੀ ਦੇ ਬਾਰੇ ਵੱਡੀ ਜਾਗਰੂਕਤਾ ਦੇ ਨਾਲ ਰਹਿਣ ਦੀ ਕੋਸ਼ਿਸ਼ ਕਰਦੇ ਹਨ, ਉਹ ਇਹ ਜਾਣ ਜਾਂਦੇ ਹਨ ਕਿ ਪਰਮੇਸ਼ਰ ਦੀ ਇੱਛਾ ਉਹਨਾਂ ਦੇ ਜੀਵਨ ਦੇ ਵਿੱਚ ਕੀ ਹੈ। ਉਹਨਾਂ ਕੋਲ ਨਿਰਾਸ਼ ਹੋਣ ਦਾ ਕੋਈ ਕਾਰਨ ਨਹੀਂ ਹੁੰਦਾ ਹੈ। ਪਰਮੇਸ਼ਰ ਦੀ ਭਲਾਈ ਉਹਨਾਂ ਦੇ ਲਈ ਰੱਖੀ ਗਈ ਹੈ। ਇਹ ਬੜੀ ਦਿਲਚਸਪ ਗੱਲ ਹੈ। ਜੇਕਰ ਅਸੀਂ ਵਿਸ਼ਵਾਸੀ ਹਾਂ ਤਾਂ ਸਾਨੂੰ ਪਵਿੱਤਰ ਆਤਮਾ ਪਰਮੇਸ਼ਰ ਵੱਲੋਂ ਮੁਫਤ ਵਿੱਚ ਮਿਲਿਆ ਹੋਇਆ ਹੈ ਅਤੇ ਉਹ ਸਾਨੂੰ ਇਸ ਲਈ ਮਿਲਿਆ ਹੈ ਕਿ ਅਸੀਂ ਪਰਮੇਸ਼ਰ ਦੇ ਰਾਜ ਦੇ ਕਾਰਜਾਂ ਅਤੇ ਖੋਜ ਵਿੱਚ ਦਿਨ ਪ੍ਰਤੀ ਦਿਨ ਉਸ ਵਿੱਚ ਵਧਦੇ ਜਾਈਏ। ਕਿਉਂਕਿ ਜਦੋਂ ਇਹ ਸਾਨੂੰ ਆਤਮਾ ਮਿਲਿਆ ਹੈ ਤਦ ਬਾਣੀ ਦੇ ਵਿੱਚ ਸਾਫ਼ ਤੌਰ 'ਤੇ ਲਿਖਿਆ ਹੈ ਕਿ ਮੇਰਾ ਉਹ ਸਹਾਇਕ ਆਵੇਗਾ ਅਤੇ ਉਹ ਤੁਹਾਨੂੰ ਹੋਣ ਵਾਲੀਆਂ ਗੱਲਾਂ ਦੇ ਬਾਰੇ ਦੱਸੇਗਾ। ਇਹ ਯਹੋਨਾ ਜਦੋਂ ਵਚਨ ਲਿਖ ਰਿਹਾ ਹੈ, ਮੇਰੇ ਅਤੇ ਆਪ ਦੇ ਬਾਰੇ ਲਿਖ ਰਿਹਾ ਹੈ ਅਤੇ ਪਵਿੱਤਰ ਆਤਮਾ ਦੇ ਰਾਹੀਂ ਇਹ ਵਚਨ ਰੇਖਾਤਿਤ ਕੀਤਾ ਗਿਆ ਹੈ। ਇਹ ਸੱਤ ਦਾ ਉਹ ਆਤਮਾ ਹੈ ਜਿਹੜਾ ਮੇਰੀ ਅਗਵਾਈ ਕਰਦਾ ਹੈ, ਜਿਹੜਾ ਮੇਰੀ ਅਗਵਾਈ ਦੇ ਨਾਲ ਪਰਮੇਸ਼ਰ ਦੇ ਵਚਨ ਦੀ ਖੋਜ ਅਤੇ ਉਸ ਦੀ ਇੱਛਾ ਨੂੰ ਜਾਣਨ ਦੇ ਲਈ ਮੇਰੀ ਮਦਦ ਅਤੇ ਸਹਾਇਤਾ ਕਰਦਾ ਹੈ। ਅਤੇ ਸਾਨੂੰ ਨਿਰੰਤਰ ਪ੍ਰਭੂ ਦੀ ਉਸਤਤ ਕਰਨੀ ਚਾਹੀਦੀ ਹੈ। ਛੋਟੀ ਤੋਂ ਛੋਟੀ ਗੱਲ ਵੀ ਸਾਨੂੰ ਉਸ ਤੋਂ ਪੁੱਛਣੀ ਚਾਹੀਦੀ ਹੈ, ਪ੍ਰਭੂ ਤੇਰੀ ਇੱਛਾ ਕੀ ਹੈ। ਜ਼ਿਆਦਾਤਰ ਲੋਕ ਵੱਡੀਆਂ ਗੱਲਾਂ ਦੇ ਵਿਖੇ ਵਿੱਚ ਪਰਮੇਸ਼ਰ ਦੀ ਇੱਛਾ ਨੂੰ ਭਾਲਣ ਦੀ ਕੋਸ਼ਿਸ਼ ਕਰਦੇ ਆ ਅਤੇ ਇੱਛਾ ਦੇ ਨਾਲ ਚੱਲਣਾ ਚਾਹੁੰਦੇ ਆ, ਪਰ ਛੋਟੀਆਂ ਗੱਲਾਂ ਦੇ ਲਈ ਵਿਚਾਰ ਨਹੀਂ ਕਰਦੇ ਕਿ ਪ੍ਰਭੂ ਦੀ ਇੱਛਾ ਨੂੰ ਜਾਣਨ ਦੀ ਲੋੜ ਹੈ। ਅਸੀਂ ਆਪਣੀ ਬੁੱਧ ਦਾ ਉਪਯੋਗ ਨਾ ਕਰੀਏ। ਇਸ ਤਰ੍ਹਾਂ ਨਾਲ ਵੱਡੀਆਂ ਗੱਲਾਂ ਦੇ ਲਈ ਪ੍ਰਭੂ ਦੇ ਕੋਲ ਜਾਂਦੇ ਹਨ। ਇਹ ਲੋਕ ਨਿਰਵਧ ਕੁਆਰੀਆਂ ਦੇ ਵਾਂਗ ਹਨ। ਜਦੋਂ ਮਤੀ ਦੀ ਅੰਜੀਲ ਉਸ ਦਾ 25 ਅਧਿਆਇ ਪੜ੍ਹਦੇ ਹਾਂ, ਉਹ ਜੋ ਸੀ ਉਹਨਾਂ ਨੇ ਆਪਣੇ ਆਪ ਨੂੰ ਉਸ ਜਗ੍ਹਾ ਦੇ ਉੱਤੇ ਪਹੁੰਚਿਆ। ਜਦੋਂ ਪਰਮੇਸ਼ਰ ਦੇ ਉਸ ਗੇਟ ਦੇ ਕੋਲੋਂ ਪਹੁੰਚ ਗਈਆਂ, ਉੱਥੇ ਪਹੁੰਚ ਕੇ ਉਸ ਦਾ ਇੰਤਜ਼ਾਰ ਕਰਨ ਲੱਗੀਆਂ। 5 ਤਾਂ ਜਾਗਰਤ ਰਹੀਆਂ ਅਤੇ 5 ਸੰਸਾਰ ਦੇ ਕੰਮ ਦੇ ਵਿੱਚ ਜਾ ਕੇ ਖੋਣ ਲੱਗ ਗਈਆਂ। ਉਹਨਾਂ ਨੇ ਪਰਮੇਸ਼ਰ ਦੀ ਖੋਜ ਨਹੀਂ ਕੀਤੀ, ਉਹਨਾਂ ਨੇ ਸੰਸਾਰ ਦੇ ਵਿੱਚ ਉਸ ਦੀ ਖੋਜ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਜਦੋਂ ਦੁਲਹਾ ਆਇਆ
ਤਾਂ ਜਿਹੜੀਆਂ ਤਿਆਰ ਸਨ, ਜਿਹੜੀਆਂ ਪਰਮੇਸ਼ਰ ਦੀ ਇੱਛਾ ਦੇ ਨਾਲ ਭਰਪੂਰ ਸਨ, ਉਹ ਅੰਦਰ ਚਲੇ ਗਈਆਂ। ਜਿਹੜੀਆਂ ਉਸ ਦੀ ਭਾਲ ਦੇ ਵਿੱਚ ਨਹੀਂ ਸੀਆਂ, ਸੰਸਾਰ ਦੇ ਨਾਲ ਉਹਨਾਂ ਦਾ ਹਿੱਸਾ ਸੀ, ਉਹ ਬਾਹਰ ਖੜੀਆਂ ਦਰਵਾਜ਼ਾ ਪਿੱਟਦੀਆਂ ਰਹੀਆਂ। ਪਰ ਦੂਜੀ ਆਮਦ ਦੇ ਸਮੇਂ ਉਸ ਦਾ ਸਵਾਗਤ ਕਰਨ ਦੇ ਲਈ ਅਜਿਹੇ ਲੋਕ ਤਿਆਰ ਨਹੀਂ ਰਹਿੰਦੇ ਹਨ। ਇੰਨਾ ਹੀ ਨਹੀਂ, ਫਤਿਹਮੰਦ ਲੋਕਾਂ ਦੇ ਦੁਆਰਾ ਉਹਨਾਂ ਦਾ ਹਾਰਦਿਕ ਸਵਾਗਤ ਨਹੀਂ ਹੋਵੇਗਾ। ਮੈਂ ਆਪ ਨੂੰ ਇੱਕ ਆਪਣੀ ਸੱਚੀ ਘਟਨਾ ਦੱਸਦਾ ਹਾਂ। ਮੈਂ ਆਪਣੇ ਘਰ ਦੇ ਵਿੱਚ ਨਹਾਉਣ ਦੇ ਲਈ ਅੰਦਰ ਗਿਆ, ਅਤੇ ਜਦੋਂ ਮੈਂ ਅੰਦਰ ਗਿਆ ਤਾਂ ਮੈਂ ਤੇਲ ਦਾ ਜਦੋਂ ਢੱਕਣ ਆਪਣੀ ਬੋਡੀ ਦੇ ਉੱਤੇ ਤੇਲ ਲਾਉਣ ਦੇ ਲਈ ਬੋਤਲ ਦਾ ਢੱਕਣ ਖੋਲ੍ਹਿਆ, ਉਹ ਥੱਲੇ ਡਿੱਗ ਗਿਆ। ਅਤੇ ਮੈਂ ਕਿਹਾ ਕਿ ਮੈਂ ਬਾਅਦ 'ਚ ਲੱਭ ਕੇ ਉਸ ਨੂੰ ਲਾ ਦੇਵਾਂਗਾ। ਮੈਂ ਪਾਣੀ ਸੁੱਟਿਆ ਅਤੇ ਉਹਨੂੰ ਭਾਲ ਲੱਗਾ ਕਰਨ, ਅਤੇ ਉਹ ਮੈਨੂੰ ਲੱਭ ਨਹੀਂ ਸੀ ਰਿਹਾ। ਪਰ ਮੈਨੂੰ ਇੱਕ ਡਰ ਸੀ ਕਿ ਇਹ ਤੇਲ ਕਿਤੇ ਡੁੱਲ ਕੇ ਵਿਅਰਥ ਨਾ ਚਲਾ ਜਾਏ ਅਤੇ ਇਸ ਦਾ ਨੁਕਸਾਨ ਨਾ ਹੋ ਜਾਏ। ਮੈਂ ਉਹਨੂੰ ਉਦੋਂ ਤੱਕ ਲੱਭਦਾ ਰਿਹਾ ਜਦ ਤੱਕ ਉਹ ਮੈਨੂੰ ਲੱਭ ਨਹੀਂ ਗਿਆ। ਜਦੋਂ ਮੈਨੂੰ ਲੱਭ ਗਿਆ ਤਾਂ ਮੈਂ ਪਰਮੇਸ਼ਰ ਦਾ ਸ਼ੁਕਰ ਕੀਤਾ ਅਤੇ ਧੰਨਵਾਦ ਕੀਤਾ, ਅਤੇ ਮੈਂ ਕਿਹਾ, ਪਰਮੇਸ਼ਰ ਤੈਂ ਮੈਨੂੰ ਇੱਕ ਵੱਡੇ ਨੁਕਸਾਨ ਤੋਂ ਬਚਾ ਲਿਆ। ਅਸੀਂ ਛੋਟੀ ਤੋਂ ਛੋਟੀ ਗੱਲ ਦੇ ਵਿੱਚ ਖੋਜ ਨਹੀਂ ਕਰਦੇ, ਵੱਡੀਆਂ ਵੱਡੀਆਂ ਗੱਲਾਂ ਦੀ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹਦੇ ਨਾਲ ਛੋਟੀਆਂ ਗੱਲਾਂ ਜਿਹੜੀਆਂ ਹੈ, ਜਿਹਦੇ ਵਿੱਚ ਪਰਮੇਸ਼ਰ ਮੈਨੂੰ ਬਲੈਸ ਕਰਨਾ ਚਾਹੁੰਦਾ ਹੈ, ਜਿਹਦੇ ਵਿੱਚ ਪਰਮੇਸ਼ਰ ਮੈਨੂੰ ਆਪਣੀ ਇੱਛਾ ਨੂੰ ਮੇਰੇ ਜੀਵਨ ਦੇ ਵਿੱਚ ਪੂਰਾ ਕਰਨਾ ਚਾਹੁੰਦਾ ਹੈ, ਉਸ ਨੂੰ ਅਸੀਂ ਖੋ ਦਿੰਦੇ ਹਾਂ। ਪਿਆਰੋ, ਬਾਈਬਲ ਦੇ ਵਿੱਚ ਲਿਖਿਆ, ਜੇ ਤੂੰ ਥੋੜ੍ਹੇ ਤੋਂ ਥੋੜ੍ਹੇ ਦੇ ਵਿੱਚ ਵੀ ਬਹੁਤਾ ਵਫਾਦਾਰ ਨਾ ਰਿਹਾ ਤਾਂ ਪਰਮੇਸ਼ਰ ਤੈਨੂੰ ਬਹੁਤ ਵੱਡਾ ਕਿਵੇਂ ਦੇਵੇਗਾ। ਇਸ ਲਈ ਸਾਨੂੰ ਪਰਮੇਸ਼ਰ ਦੇ ਵਚਨ ਦੀ ਖੋਜ ਵਿੱਚ ਲੱਗੇ ਰਹਿਣਾ ਹੈ। ਮੈਂ ਇੱਕ ਵਚਨ ਦੇ ਬਾਰੇ ਜਾਣਦਾ ਹਾਂ। ਹਿਜ਼ਕੀਆ ਨੇ, ਜਿਹੜਾ ਰਾਜਾ ਹਿਜ਼ਕੀਆ ਸੀ, ਉਸ ਨੇ ਪਰਮੇਸ਼ਰ ਦੇ ਰਾਜ ਦੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸਨੇ ਪਰਮੇਸ਼ਰ ਕੋਲੋਂ ਉਸ ਖੋਜ ਦਾ ਪ੍ਰਤੀਫਲ ਆਪਣੇ ਜੀਵਨ ਵਿੱਚ ਪ੍ਰਾਪਤ ਕੀਤਾ। ਉਹਦੀ ਕੁਝ ਗੱਲ ਮੈਂ ਆਪ ਦੇ ਅੱਗੇ ਪੜ੍ਹਨਾ ਚਾਹੁੰਦਾ ਹਾਂ। ਜਦੋਂ ਮੈਂ ਦੂਸਰਾ ਰਾਜਾ ਉਸ ਦੇ 18 ਅਧਿਆਏ ਦੇ ਵਿੱਚ ਜਾਂਦਾ ਹਾਂ ਤਾਂ ਉੱਥੇ ਹਿਜ਼ਕੀਆ ਰਾਜਾ ਦੇ ਬਾਰੇ ਲਿਖਿਆ ਗਿਆ ਹੈ, ਔਰ ਉੱਥੇ ਹਿਜ਼ਕੀਆ ਰਾਜਾ ਦੀ ਇੱਕ ਖਾਸ ਗੱਲ ਹੈ ਜਿਸ ਦੇ ਉੱਤੇ ਮੇਰਾ ਧਿਆਨ ਗਿਆ। ਉਹ ਹੈ 6 ਆਇਤ। ਲਿਖਿਆ, ਉਹ ਯਹੋਵਾ ਦੇ ਨਾਲ ਚੰਬੜਿਆ ਰਿਹਾ ਅਤੇ ਉਹਦੇ ਪਿੱਛੋਂ ਤੁਰਨਾ ਨਾ ਹਟਿਆ, ਪਰ ਉਹਦੇ ਹੁਕਮਾਂ ਨੂੰ ਮੰਨਦਾ ਰਿਹਾ ਜਿਹੜੇ ਪਰਮੇਸ਼ਰ ਨੇ ਮੂਸਾ ਨੂੰ ਦਿੱਤੇ ਸਨ। ਔਰ ਜਦੋਂ ਤੱਕ ਉਸ ਦੇ ਨਾਲ ਜੁੜਿਆ ਰਿਹਾ ਤਦ ਉਹ ਪਰਮੇਸ਼ਰ ਦੇ ਕੋਲੋਂ ਹਰ ਇੱਕ ਗੱਲ ਦੇ ਵਿੱਚ ਜਿੱਤ ਪ੍ਰਾਪਤ ਕਰਦਾ ਰਿਹਾ ਅਤੇ ਪਰਮੇਸ਼ਰ ਦੇ ਭੇਤ ਉਸ ਦੇ ਉੱਤੇ ਉਜਾਗਰ ਹੁੰਦੇ ਰਹੇ। ਔਰ ਐਜ਼ਰਾ ਨਬੀ ਦੇ ਬਾਰੇ ਵੀ ਜਦੋਂ ਅਸੀਂ ਵਚਨ ਦੇ ਵਿੱਚੋਂ ਪੜ੍ਹਦੇ ਹਾਂ ਤਾਂ ਐਜ਼ਰਾ ਨਬੀ ਦੀ ਪੁਸਤਕ ਜਦੋਂ ਅਸੀਂ ਉਸ ਦੀ 7 ਆਇਤ ਦੇ ਉੱਤੇ ਧਿਆਨ ਦਿੰਦੇ ਹਾਂ ਤਾਂ ਸਾਨੂੰ ਉਸ ਦੇ ਵਿੱਚ ਵੀ ਇੱਕ ਵੱਡੀ ਗੱਲ ਦਿਖਾਈ ਦਿੰਦੀ ਹੈ। ਉਹ ਗੱਲ ਹੈ ਕਿ ਐਜ਼ਰਾ ਨੇ ਪਰਮੇਸ਼ਰ ਦੀਆਂ ਵਿਧੀਆਂ ਅਤੇ ਉਸ ਦੇ ਵਚਨ ਨੂੰ ਸਿਖਾਉਣ ਦੇ ਲਈ ਉਸ ਨੇ ਮਨ ਲਾਇਆ। ਇਹ ਗੱਲ ਜਦੋਂ ਅਸੀਂ ਪੜ੍ਹਦੇ ਹਾਂ ਐਜ਼ਰਾ ਨਬੀ ਦੀ ਪੁਸਤਕ, ਉਸ ਦਾ 7 ਅਧਿਆਇ, ਉਸ ਦੀ 10 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਕਿਉਂਕਿ ਐਜ਼ਰਾ ਨੇ ਯਹੋਵਾ ਦੀ ਵਿਵਸਥਾ ਦੀ ਖੋਜ ਕਰਨ 'ਤੇ ਅਤੇ ਉਹਦੇ ਉੱਤੇ ਚੱਲਣ 'ਤੇ ਅਤੇ ਇਸਰਾਏਲ ਨੂੰ ਵਿਧੀਆਂ ਅਤੇ ਨਿਯਮਾਂ ਦੀ ਸਿੱਖਿਆ ਦੇਣ ਦੇ ਉੱਤੇ ਮਨ ਲਾਇਆ। ਕਿੰਨੀ ਵੱਡੀ ਗੱਲ ਹੈ। ਅੱਜ ਸਾਡੇ ਵਿੱਚ ਕੌਣ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਹੈ? ਹਰ ਕੋਈ ਆਪਣੇ ਜੀਵਨ ਦੇ ਵਿੱਚ ਆਪਣੀ ਹੀ ਖੋਜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬਾਈਬਲ ਦੇ ਵਿੱਚ ਜਦੋਂ ਮੈਂ ਫਿਲਿੱਪੀਆਂ ਦੀ ਪੁਸਤਕ ਉਸ ਦਾ 2 ਅਧਿਆਇ ਉਸ ਦੀ 21 ਆਇਤ ਨੂੰ ਪੜ੍ਹਦਾ ਹਾਂ ਤਾਂ ਉਸ ਵਿੱਚ ਸਾਫ਼ ਤੌਰ 'ਤੇ ਪਰਮੇਸ਼ਰ ਦਾ ਦਾਸ ਪੌਲਸ ਰਸੂਲ ਕਹਿੰਦਾ ਹੈ, ਕੋਈ ਪਰਮੇਸ਼ਰ ਦੇ ਵਚਨ ਦਾ ਖੋਜੀ ਨਹੀਂ, ਸਭ ਮਤਲਬ ਦੇ ਯਾਰ ਹੈ। ਕੋਈ ਮਸੀਹ ਯਸੂ ਦੀ ਖੋਜ ਕਰਨ ਵਾਲਾ ਨਹੀਂ, ਕੋਈ ਮਸੀਹ ਯਸੂ ਦਾ ਤਾਲਬ ਨਹੀਂ, ਸਭ ਮਤਲਬ ਦੇ ਯਾਰ ਹੈ। ਪਰ ਪਰਮੇਸ਼ਰ ਮੈਨੂੰ ਅਤੇ ਆਪ ਨੂੰ ਸਿਖਾਉਂਦਾ ਹੈ ਕਿ ਅਸੀਂ ਪਰਮੇਸ਼ਰ ਦੀ ਖੋਜ ਕਰੀਏ
ਜਿਸ ਦੇ ਲਈ ਪਰਮੇਸ਼ਰ ਨੇ ਮੈਨੂੰ ਅਤੇ ਆਪ ਨੂੰ ਚੁਣਿਆ ਹੈ। ਜਦੋਂ ਅਸੀਂ ਖੋਜ ਕਰਦੇ ਜਾਂਦੇ ਹਾਂ, ਗਹਿਰਾਈ ਦੇ ਵਿੱਚ ਚਲੇ ਜਾਂਦੇ ਹਾਂ, ਤਦ ਸਾਨੂੰ ਉਹ ਚੀਜ਼ਾਂ ਮਿਲਦੀਆਂ ਜਿਨ੍ਹਾਂ ਦੀ ਅਸੀਂ ਖੋਜ ਕਰਨਾ ਚਾਹੁੰਦੇ। ਤੁਸੀਂ ਸਮੁੰਦਰ ਦੇ ਉੱਪਰੇ ਪਾਸੇ ਦੇ ਵਿੱਚ ਜਾਓ ਤਾਂ ਤੁਹਾਨੂੰ ਕੁਝ ਵੀ ਹਾਸਲ ਨਹੀਂ ਹੋਵੇਗਾ। ਜਦੋਂ ਤੁਸੀਂ ਸਮੁੰਦਰ ਦੀ ਗਹਿਰਾਈ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਉੱਥੇ ਉਹ ਖਣਿਜ ਪਦਾਰਥ ਮਿਲਣਗੇ ਜਿਨ੍ਹਾਂ ਦੀ ਤੁਸੀਂ ਖੋਜ ਕਰ ਰਹੇ ਹੋ। ਉੱਪਰ ਤਾਂ ਗੋਤਾਖੋਰ ਆਪਣਾ ਗੋਤਾ ਲਾ ਕੇ ਆ ਜਾਂਦਾ ਹੈ ਅਤੇ ਉਹ ਪਾਣੀ ਦੇ ਵਿੱਚ ਘੁੰਮ ਕੇ ਆ ਜਾਂਦਾ, ਉਸ ਦੇ ਵਿੱਚ ਕੁਛ ਨਹੀਂ ਮਿਲਦਾ। ਪਰ ਜਦੋਂ ਸਮੁੰਦਰ ਦੀ ਥੱਲੇ ਗਹਿਰਾਈ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਉਹ ਸਭ ਮਿਲਦਾ ਹੈ ਜਿਸ ਦੀ ਅਸੀਂ ਭਾਲ ਕਰਦੇ ਹਾਂ। ਇਹ ਅਨੁਭਵ ਜੋ ਮੇਰੇ ਜੀਵਨ ਦੇ ਵਿੱਚ ਬੀਤਿਆ ਸੀ, ਮੇਰੇ ਲਈ ਬਹੁਤ ਕੀਮਤੀ ਹੋ ਗਿਆ। ਮੈਂ ਫਿਰ ਤੋਂ ਸਿੱਖਿਆ ਕਿ ਸਾਨੂੰ ਕਿਹੜੀਆਂ ਛੋਟੀਆਂ ਵਸਤਾਂ ਦੀ ਲੋੜ ਹੁੰਦੀ ਹੈ। ਇਸ ਵਿੱਚ ਵੀ ਪ੍ਰਭੂ ਰੁਚੀ ਵਿਖਾਉਂਦਾ ਹੈ। ਇਸ ਲਈ ਸਾਨੂੰ ਬਾਰ-ਬਾਰ ਉਸ ਦੇ ਕੋਲ ਜਾਣਾ ਚਾਹੀਦਾ ਹੈ ਅਤੇ ਉਸ ਦੇ ਨਾਲ ਨਿਪਟਣਾ ਬਣਾਈ ਰੱਖਣ ਲਈ ਸਿੱਖਣਾ ਚਾਹੀਦਾ ਹੈ। ਉਸ ਤੋਂ ਬਾਅਦ ਹੀ ਸਾਡਾ ਜੀਵਨ ਹਕੀਕਤ ਵਿੱਚ ਮਿਸਾਲ ਲਈ ਪ੍ਰਭੂ ਦੇ ਆਮਦ ਦੇ ਲਈ ਤਿਆਰ ਰਹਿ ਸਕੇਗਾ ਅਤੇ ਉਹਦੀ ਇੱਛਾ ਦੇ ਅਨੁਸਾਰ ਅਤੇ ਉਹਦੀ ਹਜ਼ੂਰੀ ਦੇ ਵਿੱਚ ਦਿਨ ਪ੍ਰਤੀ ਦਿਨ ਵਧਦਾ ਜਾਵੇਗਾ। ਸਾਨੂੰ ਸੰਸਾਰ ਦੀਆਂ ਗੱਲਾਂ ਦੀ ਖੋਜ ਕਰਨ ਦੀ ਲੋੜ ਨਹੀਂ। ਜ਼ਿਆਦਾਤਰ ਲੋਕ ਸੰਸਾਰ ਦੇ ਵਿਚਾਰਾਂ ਦੀ, ਸੰਸਾਰ ਦੇ ਗੱਲਾਂ ਦੀ ਖੋਜ ਕਰਦੇ ਰਹਿੰਦੇ ਆ ਅਤੇ ਉਸ ਦੇ ਵਿੱਚ ਬਲੀਨ ਰਹਿੰਦੇ। ਜਦੋਂ ਅਸੀਂ ਵਚਨ ਦੀ ਖੋਜ ਕਰਦੇ ਹਾਂ ਤਾਂ ਸਾਨੂੰ ਪਰਮੇਸ਼ਵਰ ਦੇ ਬਹੁਤ ਵੱਡੇ ਵਿਸ਼ਾਲ ਖਜ਼ਾਨੇ ਦੀ ਸਾਨੂੰ ਭਾਲ ਹੁੰਦੀ ਹੈ, ਜਿਹੜਾ ਸਾਨੂੰ ਸਾਡੇ ਲਈ ਪਰਮੇਸ਼ਵਰ ਨੇ ਆਪਣੇ ਪੁੱਤਰ ਦੇ ਵਿੱਚ ਸੇਂਤ-ਮਿੱਤ ਵਿੱਚ ਦਿੱਤਾ ਹੈ। ਜਿਵੇਂ ਜਿਵੇਂ ਅਸੀਂ ਉਸ ਦੇ ਵਿੱਚ ਵਧਦੇ ਜਾਵਾਂਗੇ ਤਿਵੇਂ ਸਾਨੂੰ ਮਿਲਦਾ ਜਾਵੇਗਾ। ਕੀ ਤੁਸੀਂ ਇਸ ਗੱਲ ਦੇ ਲਈ ਤਿਆਰ ਹੋ ਕਿ ਮੈਂ ਪ੍ਰਭੂ ਦੀ ਇੱਛਾ ਦੀ ਖੋਜ ਵਿੱਚ ਧਿਆਨ ਲਾਵਾਂ, ਜਿਸ ਦੇ ਨਾਲ ਪਰਮੇਸ਼ਰ ਮੇਰੇ ਜੀਵਨ ਵਿੱਚ ਆਨੰਦਿਤ ਹੋ ਸਕੇ? ਉਹ ਮੇਰੇ ਜੀਵਨ ਦੇ ਨਾਲ ਆਨੰਦ ਕਰਨਾ ਚਾਹੁੰਦਾ ਹੈ। ਉਹ ਮੇਰੇ ਜੀਵਨ ਦੇ ਨਾਲ ਆਪਣੇ ਆਨੰਦ ਨੂੰ ਵੰਡਣਾ ਚਾਹੁੰਦਾ ਹੈ। ਉਹ ਮੇਰੇ ਜੀਵਨ ਦੇ ਵਿੱਚ ਉਸ ਆਨੰਦ ਦੀ ਖੁਸ਼ੀ ਦੇਣਾ ਚਾਹੁੰਦਾ ਹੈ। ਜਿਵੇਂ ਬਾਈਬਲ ਦੇ ਵਿੱਚ ਜਦੋਂ ਅਸੀਂ ਯਹੋਨਾ ਦੀ ਅੰਜੀਲ ਉਸ ਦਾ 15 ਅਧਿਆਏ ਉਸ ਦੀ 11 ਆਇਤ ਦੇ ਉੱਤੇ ਮਨਨ ਕਰਦੇ ਹਾਂ। 15 ਦੀ 11 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਪਿਆਰੋ, ਖੋਜ ਮੈਂ ਕਰਨੀ ਹੈ, ਮਿਹਨਤ ਮੈਂ ਕਰਨੀ ਹੈ। ਜਿੰਨਾ ਮੈਂ ਪਰਮੇਸ਼ਰ ਦੇ ਵਚਨ ਦੇ ਨੇੜੇ ਜਾਵਾਂਗਾ ਓਨਾ ਮੈਂ ਪਰਮੇਸ਼ਰ ਨੂੰ ਚੰਗੇ ਤਰੀਕੇ ਨਾਲ ਜਾਣਾਂਗਾ। ਜਿੰਨਾ ਮੈਂ ਪਰਮੇਸ਼ਰ ਦੀ ਖੋਜ ਤੋਂ ਦੂਰ ਹੋਵਾਂਗਾ ਓਨਾ ਮੈਂ ਪਰਮੇਸ਼ਰ ਨੂੰ ਨਹੀਂ ਜਾਣ ਸਕਾਂਗਾ। ਬਾਈਬਲ ਦੇ ਵਿੱਚ ਮੈਂ ਪਿਛਲੇ ਕੱਲ੍ਹ ਵੀ ਪੜ੍ਹ ਰਿਹਾ ਸੀ, ਜਦੋਂ ਅਸੀਂ ਪਹਿਲਾ ਕਰੰਥੀਆਂ ਉਸ ਦਾ 13 ਅਧਿਆਏ ਉਸ ਦੀ 12 ਆਇਤ ਦੇ ਉੱਤੇ ਗੌਰ ਫਰਮਾਉਂਦੇ ਹਾਂ ਤਾਂ ਉੱਥੇ ਪੌਲਸ ਰਸੂਲ ਕਰੰਥ ਦੀ ਕਲੀਸਿਆ ਦੇ ਨਾਲ ਉਸ ਦੇ ਆਉਣ ਦੇ ਸਮੇਂ ਦੀ ਗੱਲ ਨੂੰ ਬੜੇ ਤਰੀਕੇ ਦੇ ਨਾਲ ਸਾਨੂੰ ਸਮਝਾਉਂਦਾ ਹੈ। ਇੱਥੇ ਲਿਖਿਆ ਹੋਇਆ ਹੈ ਕਿ ਇਸ ਵੇਲੇ ਤਾਂ ਅਸੀਂ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਵੇਖਦੇ ਹਾਂ, ਪਰ ਉਸ ਵੇਲੇ ਅਸੀਂ ਰੂਬਰੂ ਵੇਖਾਂਗੇ। ਇਸ ਵੇਲੇ ਤਾਂ ਮੈਂ ਕੁਝ ਜਾਣਦਾ, ਉਸ ਵੇਲੇ ਮੈਂ ਉਹੋ ਜਿਹਾ ਜਾਣਾਂਗਾ ਜਿਹੋ ਜਿਹਾ ਮੈਂ ਜਾਣਿਆ ਗਿਆ ਹਾਂ। ਇਹ ਤਦ ਹੀ ਹੋਵੇਗਾ ਜਦੋਂ ਮੈਂ ਪਰਮੇਸ਼ਰ ਦੇ ਵਚਨ ਦੀ ਖੋਜ ਵਿੱਚ ਉਸੇ ਨਾਲ ਦਿਨ ਪ੍ਰਤੀ ਦਿਨ ਵੱਧਦਾ ਜਾਵਾਂਗਾ। ਬਾਈਬਲ ਦੇ ਵਿੱਚ ਲਿਖਿਆ ਹੈ, ਪਰਮੇਸ਼ਰ ਨੂੰ ਭਾਲੋ ਤਾਂ ਤੁਹਾਨੂੰ ਮਿਲ ਜਾਵੇਗਾ। ਪਿਆਰੋ, ਅਸੀਂ ਪਰਮੇਸ਼ਰ ਦੀ ਇੱਛਾ ਦੀ ਖੋਜ ਕਰਦੇ ਹੋਏ ਦਿਨ ਪ੍ਰਤੀ ਦਿਨ ਵੱਧਦੇ ਜਾਈਏ। ਪਰਮੇਸ਼ਰ ਦੀ ਇੱਛਾ ਇਹੋ ਹੈ ਕਿ ਪਰਮੇਸ਼ਰ ਨੂੰ ਅਸੀਂ ਜਾਣੀਏ। ਇੱਕ ਪਿਤਾ ਇੱਕ ਮਾਤਾ ਦੀ ਇਹੋ ਖੋਜ ਹੁੰਦੀ ਹੈ ਕਿ ਸਾਡੇ ਬੱਚੇ ਸਾਨੂੰ ਜਾਣਨ, ਕਿ ਉਹਨਾਂ ਦਾ ਡਿਜ਼ਾਇਰ ਕੀ ਹੈ, ਉਹਨਾਂ ਦੀ ਇੱਛਾ ਕੀ ਹੈ। ਤਾਂ ਪਰਮੇਸ਼ਰ ਦੀ ਇੱਛਾ ਵੀ ਇਹੋ। ਆਓ ਅਸੀਂ ਇਸ ਵਚਨ ਦੇ ਨਾਲ ਪਰਮੇਸ਼ਰ ਦੀ ਇੱਛਾ ਨੂੰ ਭਾਲਦੇ ਹੋਏ, ਆਪਣੇ ਜੀਵਨ ਨੂੰ ਉਹਦੇ ਵਿੱਚ ਵਧਾਉਂਦੇ ਹੋਏ, ਉਹਦੇ ਰਾਜ ਨੂੰ ਆਪਣੇ ਜੀਵਨ ਦੇ ਵਿੱਚ ਉਜਾਗਰ ਹੋਣ ਦੇ ਲਈ ਦਿਨ ਪ੍ਰਤੀ ਦਿਨ ਵਚਨ ਦਾ ਮਨਨ ਕਰਦੇ ਹੋਏ ਉਸ ਦੇ ਵਿੱਚ ਵੱਧਦੇ ਜਾਈਏ, ਤਾਂ ਕਿ ਪਰਮੇਸ਼ਰ ਦੀ ਇੱਛਾ ਮੇਰੇ ਜੀਵਨ ਦੇ ਵਿੱਚ ਉਸ ਦੇ ਦੁਆਰਾ ਪੂਰੀ ਹੋ ਸਕੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ।